सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके। गल पार्लीमेंट दी, पार्लीमेंट दे मॉनसून इजलास दी ते गल अज किसानां दी। जी हां, पार्लीमेंट दा मॉनसून इजलास जारी है ते जारी है बवाल संग्राम, संसद दे अंदर भी अते संसद दे बाहर भी। मंगलवार नूं एक बार मुड़ तो किसानां दे मसले दे उत्ते राज सभा दे विच खूब बवाल होया, हंगामा होया। जानकारी मुताबक राज सभा दे विच किसानां दे मुद्दे उत्ते चर्चा दी शुरुआत हुई सी। विशा जो रखिया गया उसनूं नाम दिता गया देश ਦੇ ਵਿੱਚ ਖੇਤੀ ਦੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਦੇ ਉੱਤੇ ਸੰਖੇਪ ਚਰਚਾ ਤੇ ਸ਼ਾਰਟ ਜਿਹੜੀ ਡਿਸਕਸ਼ਨ ਹੋਣੀ ਸੀ। ਪਰ ਚਰਚਾ ਦੀ ਸ਼ੁਰੂਆਤ ਹੁੰਦੇ ਹੀ ਵਿਰੋਧੀਆਂ ਦੇ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਵਿਰੋਧ ਕੀਤਾ ਗਿਆ ਕਿਉਂਕਿ ਕਿਸਾਨਾਂ ਦੇ ਮਸਲੇ ਉੱਤੇ ਗੱਲਬਾਤ ਨੂੰ ਤਾਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ, ਪਰ ਇਸ ਵਾਰੀ ਵਿਰੋਧ ਕੀਤਾ ਗਿਆ ਨਾਮ ਨੂੰ ਲੈ ਕੇ ਕਿ ਅਸੀਂ ਡਾਇਰੈਕਟਲੀ ਕਿਸਾਨਾਂ ਦੇ ਮੁੱਦੇ ਉੱਤੇ, ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹਾਂ। ਪਰ ਜੋ ਨਾਮ ਦਿੱਤਾ ਗਿਆ ਸੀ ਵਿਸ਼ਾ, ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ खेती ਦੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਇਹ ਵਿਸ਼ਾ ਦਿੱਤਾ ਗਿਆ ਸੀ, ਇਸ ਨੂੰ ਲੈ ਕੇ ਬਵਾਲ ਹੋ ਗਿਆ। ਖੈਰ ਬਵਾਲ ਇੰਨਾ ਜ਼ਿਆਦਾ ਸੀ ਕਿ ਇੱਕ ਤੋਂ ਬਾਅਦ ਇੱਕ ਕਈ ਵਾਰੀ ਜਿਹੜੀ ਰਾਜ ਸਭਾ ਦੀ ਕਾਰਵਾਈ ਹੈ ਉਸ ਨੂੰ ਮੁਲਤਵੀ ਕਰਨਾ ਪਿਆ ਤੇ ਮੁਲਤਵੀ ਹੁਣ ਬੁੱਧਵਾਰ ਤੱਕ ਦੇ ਲਈ ਫਿਰ ਕਰ ਦਿੱਤੀ ਗਈ। ਕਾਰਵਾਈ ਦੇ ਕੁਝ ਹੀ ਮਿੰਟਾਂ ਦੀ ਕਾਰਵਾਈ ਅੱਗੇ ਵਧਦੀ ਸੀ, ਨਾਲ ਦੀ ਨਾਲ ਕਾਰਵਾਈ ਨੂੰ ਅੱਗੇ ਮੁਲਤਵੀ ਕਰਨਾ ਪੈ ਰਿਹਾ ਸੀ। ਪਰ ਦਿਨ ਦੀਆਂ ਜਿਹੜੀਆਂ ਸਭ ਤੋਂ ਅਹਿਮ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉਹ ਤਸਵੀਰਾਂ ਨੇ ਪ੍ਰਤਾਪ ਬਾਜਵਾ ਦੀਆਂ। ਪ੍ਰਤਾਪ ਬਾਜਵਾ ਦੇ ਵੱਲੋਂ ਜਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ, ਵੇਲ ਦੇ ਵਿੱਚ ਜਾ ਕੇ ਟੇਬਲ ਦੇ ਉੱਤੇ ਚੜ ਕੇ ਇੱਕ ਫਾਈਲ, ਰੂਲ ਬੁੱਕ ਜਿਸ ਦਾ ਉਹ ਜ਼ਿਕਰ ਕਰ ਰਹੇ ਸੀ, ਉਹਨਾਂ ਨੇ ਸੁੱਟੀ ਉਹ ਰੂਲ ਬੁੱਕ ਜਿਹੜੇ ਰਾਜ ਸਭਾ ਦੇ ਵਿੱਚ ਚੇਅਰ ਦੇ ਉੱਤੇ ਉਸ ਸਮੇਂ ਮੌਜੂਦ ਸੀ ਉਹਨਾਂ ਦੇ ਵੱਲ। ਤਾਂ ਅੱਜ ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ ਕਿ ਕਿਉਂਕਿ ਇਹ ਆਖਰੀ ਪੜਾਅ ਦੇ ਵਾਲੇ ਇਸ ਸਮੇਂ ਮੌਨਸੂਨ ਇਜਲਾਸ ਵੱਧ ਰਿਹਾ ਹੈ ਕਰੀਬ ਕਿਉਂਕਿ 13 ਤਰੀਕ ਤੱਕ ਇਹ ਮੌਨਸੂਨ ਇਜਲਾਸ ਹੈ ਕਿ ਆਖਰੀ ਦਿਨਾਂ ਦੇ ਵਿੱਚ ਜਾ ਕੇ ਹੰਗਾਮਾ ਜਾਂ ਚਰਚਾ ਦੇ ਨਾਲ ਇਸ ਪੂਰੇ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਕਿਸਾਨ ਜਥੇਬੰਦੀਆਂ ਕੀ ਸੋਚ ਰਹੀਆਂ ਨੇ ਉਸ ਦੇ ਉੱਤੇ ਵੀ ਗੱਲਬਾਤ ਹੋਏਗੀ। ਗੱਲਬਾਤ ਕਰਾਂਗੇ ਖੇਤੀ ਕਾਨੂੰਨਾਂ ਦੇ ਉੱਤੇ ਸੰਸਦ ਦੇ ਵਿੱਚ ਹੋਏ ਸੰਗਰਾਮ ਤੇ। ਤਾਂ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਉਸ ਤੋਂ ਬਾਅਦ ਆਪਾਂ ਚਰਚਾ ਨੂੰ ਅੱਗੇ ਤੋਰਾਂਗੇ। ਪਰ ਪਹਿਲਾਂ ਵੱਡੀ ਖਬਰ ਇਹ ਹੈ ਕਿ ਕਿਸਾਨੀ ਮਸਲੇ ਦੇ ਉੱਤੇ ਰਾਜ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਖੇਤੀ ਕਾਨੂੰਨਾਂ ਨੂੰ ਲੈ ਕੇ ਹੰਗਾਮਾ ਹੋਇਆ। ਵੇਲ ਦੇ ਵਿੱਚ ਕਾਂਗਰਸ ਦੇ ਐਮਪੀ ਆ ਗਏ। ਪ੍ਰਤਾਪ ਬਾਜਵਾ ਤਾਂ ਵੇਲ ਦੇ ਵਿੱਚ ਆ ਕੇ ਇੱਕ ਟੇਬਲ ਦੇ ਉੱਤੇ ਚੜ ਗਏ। ਫਿਰ ਟੇਬਲ ਦੇ ਉੱਤੇ ਚੜ ਕੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਪ੍ਰਦਰਸ਼ਨ ਕੀਤਾ, ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਦੀ ਸਰਕਾਰ ਨੂੰ ਘੇਰਿਆ ਤੇ ਫਿਰ ਇੱਕ ਝੁੱਕ ਕੇ ਹੇਠਾਂ ਤੋਂ ਇੱਕ ਫਾਈਲ ਚੁੱਕ ਕੇ ਭਗਾ ਕੇ ਮਾਰੀ ਜਿਹੜੇ ਚੇਅਰ ਦੇ ਉੱਤੇ ਉਸ ਸਮੇਂ ਮੌਜੂਦ ਸਨ ਉਹਨਾਂ ਦੇ ਵੱਲ। ਤੇ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਇਹ ਫਾਈਲ ਜਿਹੜੀ ਰੂਲ ਬੁੱਕ ਹੈ ਉਹ ਸੀ। ਦਾਅਵਾ ਇਹ ਵੀ ਕੀਤਾ ਜਾ ਰਿਹਾ ਕਿ ਅਸੀਂ 267 ਕਲੌਜ਼ ਦੇ ਤਹਿਤ ਲਗਾਤਾਰ ਕੰਮ ਰੋਕੂ ਮਤਾ ਲਿਆ ਕੇ ਚਰਚਾ ਦੀ ਮੰਗ ਕਰ ਰਹੇ ਹਾਂ, ਪਰ ਕੋਈ ਚਰਚਾ ਹੀ ਨਹੀਂ ਹੁੰਦੀ। ਸਰਕਾਰ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ। ਇਸ ਤਰੀਕੇ ਦੇ ਇਲਜ਼ਾਮ ਕਾਂਗਰਸੀਆਂ ਵੱਲੋਂ ਲਗਾਏ ਜਾ ਰਹੇ ਨੇ। ਸੁਣਵਾਨੀਆਂ ਤੁਹਾਨੂੰ ਪ੍ਰਤਾਪ ਬਾਜਵਾ ਨੇ ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ। ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਉਹ ਵੀ ਸੁਣਵਾਈਏ। जिस तरह पते की कहते ना बॉन्डेड लेबर बैठी होती है, उस तरह कहते बॉन्डेड लेबर वर्गा काम करो, अखां ते पट्टियां बंद हो ते कंन बंद कर। हुण दसो जे तुसीं चाहते हो जिहा प्रदर्शन चाहते हो तो हो जिहा शुरू कर देंगे। चलो मेरा आखिरी सवाल, हुण अगे दी रणनीति की होएगी जे हुण भी जिवें तुसीं कह रहे हो कि सरकार सुन नहीं रही, जे हुण भी सरकार ने ना सुनी तां फिर प्रताप सिंह बाजवा दा अगला स्टैप की होएगा? ये हुण जे तुहानूं मैं दस दित्ता ते कल मैनूं स्टैप ही नहीं किसी ने लैण देना। नहीं फिर भी तुसी उन पार्लियामेंट दे अंदर क्योंकि कार्रवाई सारी गल मैं टीवी ते तुहानूं पहले नहीं ना दस सकदा की होएगा जी। वक्त थोड़ा जिहा अड़ीको, ऐं तुहानूं कल भी कोई नवीं चीज पेश करांगे। ਤਾਂ ਹੰਗਾਮਾ ਤਾਂ ਜ਼ਬਰਦਸਤ ਹੋਇਆ, ਪਰ ਇਸ ਸਭ ਦੇ ਵਿਚਾਲੇ ਸਰਕਾਰ ਦੇ ਨੁਮਾਇੰਦੇ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਪ੍ਰਹਲਾਦ ਜੋਸ਼ੀ ਸੰਸਦੀ ਕਾਰਜ ਮੰਤਰੀ ਨੇ ਤੇ ਦੂਜੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਵੀ ਇਸ ਪੂਰੇ ਮੁੱਦੇ ਉੱਤੇ ਰਾਜ ਸਭਾ ਦੇ ਅੰਦਰ ਹੋਏ ਬਵਾਲ ਦੇ ਉੱਤੇ ਸਾਹਮਣੇ ਆਇਆ। वो तो हम चर्चा करके उसका निर्णय करेंगे। चर्चा तो चल रहा है और चेयरमैन साहब और डिप्टी स्पीकर साहब से भी हम इसके संज्ञान में लाएंगे। निर्णय तो बाद में होगा, लेकिन लोगों को ये पता चलना चाहिए कि ये क्या व्यवहार है। तो ये राउडी जैसा व्यवहार कर रहे हैं, लिटरली दे आर बिहेविंग लाइक राउडीज। दिस इज मुझे बहुत दुख है कि कृषि की चर्चा आरंभ होने के बाद जो गैर जिम्मेदाराना रवैया कांग्रेस और टीएमसी का रहा है, उससे निश्चित रूप से लोकतंत्र को बहुत बड़ा आघात पहुंचा है। और मैं फिर यह कहना चाहता हूं कि आज विपक्ष के इस कदम से
यह एक बार फिर सिद्ध हो गया है कि कृषि सुधार कानूनों में काला कुछ भी नहीं है, विपक्ष के कपड़ों में कालापन दिखाई देता है। ਤਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਇੱਕ ਵਾਰ ਫਿਰ ਤੋਂ ਸਰਕਾਰ ਦੇ ਨੁਮਾਇੰਦੇ ਸਾਹਮਣੇ ਆਏ ਤੇ ਕਹਿ ਦਿੱਤਾ ਕਿ ਜਿਸ ਤਰੀਕੇ ਨਾਲ ਬਵਾਲ ਕਰ ਰਹੇ ਨੇ, ਚਰਚਾ ਨਹੀਂ ਕਰ ਰਹੇ ਵਿਰੋਧੀ, ਤੇ ਇਹ ਸਾਫ਼ ਹੋ ਗਿਆ ਕਿ ਕਾਨੂੰਨਾਂ ਦੇ ਵਿੱਚ ਗਲਤ ਕੁਝ ਵੀ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਐਮਪੀ ਵੀ ਉੱਥੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਸੰਜੇ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਉਹ ਵੀ ਤੁਹਾਨੂੰ ਅੱਗੇ ਪ੍ਰੋਗਰਾਮ ਦੇ ਵਿੱਚ ਦਿਖਾਵਾਂਗੇ। ਸਾਡੇ ਨਾਲ ਮਹਿਮਾਨ ਜਿਹੜੇ ਜੁੜ ਰਹੇ ਨੇ ਇਸ ਸਮੇਂ ਸਾਡੇ ਨਾਲ ਕਾਂਗਰਸ ਦੇ ਵਿਧਾਇਕ ਸੀਨੀਅਰ ਲੀਡਰ ਨੇ ਬਲਵਿੰਦਰ ਸਿੰਘ ਲਾਡੀ ਜੀ। ਲਾਡੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਅਮਰਦੀਪ ਸਿੰਘ ਧਾਰਨੀ ਜੀ ਜੁੜ ਰਹੇ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੈ ਕਿਸ਼ਨ ਰੋੜੀ ਜੀ ਜੁੜਨਗੇ, ਆਮ ਆਦਮੀ ਪਾਰਟੀ ਦੇ ਵਿਧਾਇਕ। ਸਾਡੇ ਨਾਲ ਰਵਨੀਤ ਸਿੰਘ ਬਰਾੜ ਜੀ ਵੀ ਜੁੜ ਰਹੇ ਨੇ, ਕਿਸਾਨ ਆਗੂ ਨੇ। ਬਰਾੜ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਬਲਵਿੰਦਰ ਲਾਡੀ ਜੀ ਤੁਹਾਡੇ ਤੋਂ ਹੀ। ਪਹਿਲਾ ਸਿੱਧਾ ਜਿਹਾ ਸਵਾਲ, ਇਸ ਪ੍ਰਦਰਸ਼ਨ ਦੇ ਮਾਇਨੇ ਕੀ ਤੇ ਦੂਜੀ ਗੱਲ, ਸਰਕਾਰ ਕਹਿ ਰਹੀ ਹੈ ਕਿ ਚਰਚਾ ਕਰੋ, ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨ ਸਾਹਮਣੇ ਆ ਗਏ। ਸਰਕਾਰ ਦੇ ਨੁਮਾਇੰਦੇ ਕਹਿ ਰਹੇ ਕਿ ਦੇਖੋ ਅਸੀਂ ਕਹਿ ਰਹੇ ਸੀ ਕਾਨੂੰਨਾਂ ਦੇ ਵਿੱਚ ਕੁਝ ਗਲਤ ਹੈ ਨਹੀਂ, ਹੁਣ ਪਾਰਲੀਮੈਂਟ ਦੇ ਵਿੱਚ ਚਰਚਾ ਕਰਵਾਉਣ ਨੂੰ ਅਸੀਂ ਕਹਿ ਰਹੇ ਹਾਂ ਪਰ ਇਹਨਾਂ ਦੇ ਕੋਲ ਕੋਈ ਗੱਲ ਨਹੀਂ ਹੈ, ਇਸ ਕਰਕੇ ਬਵਾਲ ਕਰ ਰਹੇ ਨੇ, ਇਸ ਕਰਕੇ ਹੰਗਾਮਾ ਕਰ ਰਹੇ ਨੇ। ਗੌਰਵ ਜੀ, ਪਹਿਲੀ ਗੱਲ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਦੱਸਣੀ ਚਾਹੁੰਦਾ ਕਿ ਜੋ ਹਾਲਾਤ ਅੱਜ ਹਿੰਦੁਸਤਾਨ ਦੇ ਕਿਸਾਨ ਦੇ ਇਹ ਕੇਂਦਰ ਦੀ ਸਰਕਾਰ ਮੋਦੀ ਜੀ ਨੇ ਬਣਾ ਦਿੱਤੇ ਨੇ, ਸ਼ਾਇਦ ਲੋਕਾਂ ਨੇ ਇਹ ਤੋਂ ਇਹ ਆਸ ਨਹੀਂ ਸੀ ਰੱਖੀ ਕਿ ਅਸੀਂ ਪ੍ਰਧਾਨ ਮੰਤਰੀ ਬਣਾਵਾਂਗੇ ਪਰ ਸਾਡੇ ਨਾਲ ਇਹ ਵਿਹਾਰ ਹੋਏਗਾ। ਸੋ ਅੱਜ ਜਿਹੜੇ ਕਾਲੇ ਕਾਨੂੰਨ ਜਿਹੜੇ ਇਹਨਾਂ ਨੇ ਸਾਡੇ ਕਿਸਾਨਾਂ ਤੇ ਥੋਪੇ ਨੇ, 9 ਮਹੀਨੇ ਹੋ ਚੱਲੇ ਨੇ ਲਗਭਗ, ਜਿੱਥੇ ਸਾਡੇ ਕਿਸਾਨ ਵੀਰ ਬਜ਼ੁਰਗ, ਸਾਡੇ ਬੱਚੇ, ਮਾਤਾਵਾਂ, ਔਰ ਜੋ ਅੱਜ ਕਿਸਾਨ ਦਾ ਹਾਲ ਹੋ ਰਿਹਾ ਤੁਸੀਂ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਪਤਾ ਲੱਗ ਰਿਹਾ। ਕਿਸਾਨ ਨੂੰ ਜੇ ਇੰਨੇ ਚੰਗੇ ਇਹਨਾਂ ਨੇ ਕਾਨੂੰਨ ਬਣਾਏ ਨੇ ਤੇ ਫਿਰ ਸੜਕਾਂ ਤੇ ਇੱਥੇ ਜਾਂ ਅੱਜ ਜੋ ਪਾਰਲੀਮੈਂਟ ਜਾਂ ਆਪਣਾ ਰਾਜ ਸਭਾ 'ਚ ਜੋ ਕੁਝ ਹੋ ਰਿਹਾ, ਇਹ ਕਿਉਂ ਹੋ ਰਿਹਾ? ਇਹ ਸਿਰਫ ਅੱਜ ਕਿਸਾਨ ਮਾਰੂ ਨੀਤੀ ਦੇ ਖਿਲਾਫ ਹੋ ਰਿਹਾ। ਔਰ ਇਹ ਕਿਸਾਨ ਜਿਹੜਾ ਅੱਜ ਪਹਿਲਾਂ ਪੰਜਾਬ ਦਾ ਨਹੀਂ, ਅੱਜ ਪੂਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਉਹ ਸੜਕਾਂ ਤੇ ਆ ਚੁੱਕਾ। ਇਹ ਮੋਦੀ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਦੇਸ਼ ਇੱਕ ਤਰਫਾ ਹੋ ਜਾਏ ਫਿਰ ਸਰਕਾਰਾਂ ਨੂੰ ਝੁਕਣਾ ਪੈਂਦਾ। ਔਰ ਮੈਂ ਸਮਝਦਾ ਕਿ ਅੱਜ ਵੀ ਅਗਰ ਜੇ ਸਹੀ ਮਾਇਨਿਆਂ 'ਚ ਇਹ ਮੋਦੀ ਲੋਕਤੰਤਰ ਨੂੰ ਠੀਕ ਸਮਝਦੇ ਨੇ, ਪਰ ਅੱਜ ਇਹਨਾਂ ਨੂੰ ਇਹ ਆਪਣੇ ਲੋਕਾਂ ਗਾੜੀ ਝੁੱਕ ਕੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਦੇਖੋ ਭਾਈ, ਜੇ ਤੁਹਾਨੂੰ ਚੰਗੇ ਨੇ ਨਹੀਂ ਲੱਗਦੇ ਤੇ ਅਸੀਂ ਇਹਨਾਂ ਨੂੰ ਵਾਪਸ ਲੈਨੇ ਆ। ਵੇਖੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਰਾਜ ਸਭਾ ਦੇ ਪਰ ਬਲਵਿੰਦਰ ਲਾਡੀ ਮੈਂ ਮਾਫੀ ਚਾਹੇ ਵਿਚਾਲੇ ਜਦੋਂ ਦੇਖੋ ਸਰਕਾਰ ਦੇ ਨੁਮਾਇੰਦੇ ਕੀ ਕਹਿ ਰਹੇ ਨੇ ਕਿ ਬਿਲਕੁਲ ਸਹੀ ਨੇ ਕਾਨੂੰਨ, ਤੁਸੀਂ ਚਰਚਾ ਕਰੋ। ਉਹ ਕਹਿੰਦੇ ਨੇ ਕਿ ਤੁਸੀਂ ਚਰਚਾ ਨਹੀਂ ਕਰ ਰਹੇ, ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ, ਹੁਣ ਅਸੀਂ ਲੈ ਕੇ ਆਏ ਹਾਂ, ਚਰਚਾ ਕਰ ਰਹੇ ਹਾਂ, ਹੁਣ ਤੁਸੀਂ ਚਰਚਾ ਨਹੀਂ ਕਰ ਰਹੇ। ਗੌਰਵ ਜੀ, ਸਾਡੇ ਕਿਸਾਨ ਜਥੇਬੰਦੀਆਂ ਲਗਭਗ ਕਿੰਨੀ ਵਾਰ ਉਹਨਾਂ ਨੇ ਇਹਨਾਂ ਨਾਲ ਬੈਠ ਕੇ ਸਲਾਹ ਕੀਤੀ ਹੈ, ਚਾਹ ਦੋ ਸਵਾਏ ਫਿਰ ਉੱਠ ਕੇ ਕੁਝ ਨਹੀਂ ਕਰਦੇ। ਤੋਮਰ ਸਾਹਿਬ ਦੇਖੋ ਬਾਰ-ਬਾਰ ਹੁਣ ਵੀ ਉਹਨਾਂ ਦੇ ਰੋਜ਼ ਬਿਆਨ, ਅੱਜ ਵੀ ਸ਼ਾਇਦ ਮੇਰੇ ਖਿਆਲ ਸੁਣ ਰਿਹਾ ਮੈਂ, ਕਿ ਉਹ ਕਹਿ ਰਹੇ ਜੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ। ਉਹ ਕਿਹੜੀ ਗੱਲ ਸੁਣਨ ਨੂੰ ਤੇ ਕੋਈ ਤਿਆਰ ਨਹੀਂ, ਤੇ ਗੱਲਬਾਤ ਕਿਹੜੀ ਕਰਨ ਨੂੰ ਤਿਆਰ ਨੇ? ਜਾਂ ਤੇ ਗੱਲ ਸੁਣ। ਦੇਖੋ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਜਾਂਦੇ ਨੇ, ਉਹ ਵਿਚਾਰੇ ਬੜੇ ਆਸ ਨਾਲ ਸਾਡਾ ਦੇਸ਼ ਜਿਹੜਾ ਉਹ ਉਹਨਾਂ ਨੂੰ ਵੇਖ ਰਿਹਾ, ਤੁਹਾਡਾ ਮੀਡੀਆ ਸਾਰਾ ਉੱਥੇ ਸਾਰਿਆਂ ਨੂੰ ਦਿਖਾ ਰਿਹਾ। ਸੋ ਜਦੋਂ ਬਾਹਰ ਨਿਕਲਦੇ ਨਿਰਾਸ਼ਾ ਲੈ ਕੇ ਨਿਕਲਦੇ ਨੇ। ਇਹ ਕਿਹੜੀ ਗੱਲ ਕਰਨਾ ਚਾਹੁੰਦੇ ਨੇ? ਕਿਉਂ ਨਹੀਂ ਕਿਸਾਨਾਂ ਦੀ ਗੱਲ ਸੁਣਨਾ ਇਹਨਾਂ ਨੂੰ? ਚਲੋ ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ। ਨਹੀਂ ਦੇਖੋ ਤੁਸੀਂ ਮੰਗ ਕਰ ਰਹੇ ਹੋ ਨਾ ਸਰ, ਕਾਂਗਰਸੀ ਮੰਗ ਕਰ ਰਹੇ ਨੇ, ਤੁਹਾਡੇ ਜਿਹੜੇ ਐਮਪੀ ਨੇ ਪੰਜਾਬ ਤੋਂ, ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੇ, ਤੁਸੀਂ ਮੰਗ ਕਰ ਰਹੇ ਹੋ ਨਾ, ਉਹ ਚਾਹੇ ਕਾਂਗਰਸ ਦੇ ਦੂਜੇ ਵੀ ਐਮਪੀ ਨੇ, ਇਨਫੈਕਟ ਰਾਹੁਲ ਗਾਂਧੀ ਵੀ ਉਹਨਾਂ ਦੇ ਵਿੱਚ ਇੱਕ ਨਾਮ ਸ਼ਾਮਲ ਹੈ, ਜਿਹੜੇ ਕਹਿੰਦੇ ਨੇ ਕਿ ਡਿਸਕਸ਼ਨ ਕਰੋ। ਮੈਂ ਤੁਹਾਡੇ ਕੋਲ ਸਰ ਵਾਪਸ ਆਉਣਾ ਇਸ ਤੋਂ ਚਾਲੇ ਸਾਡੇ ਮੇਰੀ ਗੱਲ ਸੁਣ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਜਿਹੜੀ ਦੇਸ਼ ਨੂੰ ਅੱਜ ਤੱਕ ਹਰ ਜਿੱਥੇ ਵੀ ਕੋਈ ਵੀ ਧਰਮ ਆ, ਚਾਹੇ ਮੁਲਕ ਆ, ਚਾਹੇ ਆਪਣੀ ਸਟੇਟ ਆ, ਹਰ ਇੱਕ ਨੂੰ ਬਰਾਬਰ ਦਾ ਉਹਨਾਂ ਨੇ ਅਧਿਕਾਰ ਦਿੱਤਾ। ਸਰਦਾਰ ਮਨਮੋਹਨ ਸਿੰਘ ਜੀ 10 ਸਾਲ ਪ੍ਰਧਾਨ ਮੰਤਰੀ ਰਹੇ, ਇਹਨਾਂ ਨੇ ਉਹਨਾਂ ਤੇ ਉਂਗਲਾਂ ਉਠਾਈਆਂ, ਅੱਜ ਉਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਕਰ ਸਕਦਾ। ਅੱਜ ਉਹਨਾਂ ਦੇ ਜੋ ਕੀਤੇ ਕੰਮ ਨੇ ਲੋਕੀ ਉਹਨਾਂ ਨੂੰ ਯਾਦ ਕਰ ਰਹੇ ਨੇ। ਅੱਜ ਜਿਹੜੇ 6 ਸਾਲ 6.5 ਸਾਲਾਂ 'ਚ ਜੋ ਮੋਦੀ ਨੇ ਕਰਤਾ, ਲੋਕੀ ਇਹਨਾਂ ਦੀ ਤਰਾਸੀ ਅੱਜ ਘਰ ਘਰ ਬੱਚਾ ਤੁਸੀਂ ਛੋਟੇ ਛੋਟੇ ਬੱਚਿਆਂ ਦੀਆਂ ਬਾਈਟਾਂ ਵੀ ਕੀਤੀਆਂ ਨੇ। ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਦੇਸ਼ ਅੱਜ ਕਿੱਧਰ ਜਾ ਰਿਹਾ, ਦੇਸ਼ ਦੀ ਕਿਸਾਨੀ ਕਿੱਧਰ ਜਾ ਰਹੀ ਹੈ।
ਔਰ ਕਾਂਗਰਸ ਪਾਰਟੀ ਦਾ ਸਿਧਾਂਤ ਆ ਜੀ। ਕਿ ਜਿੱਥੇ ਕਿਸਾਨ ਨਾਲ ਧੱਕਾ ਹੋਊਗਾ, ਮੁਲਾਜ਼ਮ ਨਾਲ ਧੱਕਾ ਹੋਊਗਾ, ਵਪਾਰੀ ਨਾਲ ਧੱਕਾ ਹੋਊਗਾ, ਕਾਂਗਰਸ ਪਾਰਟੀ ਉਸ ਦੇ ਨਾਲ ਖੜੀ ਹੈ। ਸਾਡੇ ਪ੍ਰਧਾਨ ਰਾਹੁਲ ਗਾਂਧੀ ਜੀ ਔਰ ਸਾਡੇ ਜਿੰਨੇ ਰਾਜ ਸਭਾ ਦੇ ਮੈਂਬਰ ਨੇ, ਚਾਹੇ ਪਾਰਲੀਮੈਂਟ ਨੇ, ਸਾਰਿਆਂ ਨੇ ਉਹਦਾ ਵਿਰੋਧ ਕੀਤਾ। ਔਰ ਉਹਦੇ ਨਾਲ ਜਿੰਨੀਆਂ ਵੀ ਆਪੋਜੀਸ਼ਨ ਜਿਹੜੀਆਂ ਸਾਡੀਆਂ ਸੈਕੂਲਰ ਦੂਜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਸਾਨੂੰ ਸਮਰਥਨ ਕੀਤਾ, ਕਾਂਗਰਸ ਕਿਸਾਨਾਂ ਦੇ ਨਾਲ ਖੜੀ ਆ, ਔਰ ਬਾਕੀ ਪਾਰਟੀਆਂ ਵੀ, ਖੇਤਰੀ ਪਾਰਟੀਆਂ ਵੀ ਬਹੁਤ ਸਾਰੀਆਂ ਨਾਲ ਆ। ਮੈਂ ਇੱਥੋਂ ਤੱਕ ਵੀ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਠੀਕ ਹੈ ਸਰ, ਸਾਡੀ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਮੈਂ ਇਸੇ ਪੁਆਇੰਟ ਦੇ ਉੱਤੇ ਵਾਪਸ ਆਉਂਗਾ, ਪਰ ਇੱਕ ਵਾਰੀ ਸਾਰਿਆਂ ਨੂੰ ਡਿਸਕਸ਼ਨ 'ਚ ਸ਼ਾਮਲ ਕਰ ਲਈ। ਜੀ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਵੀ ਜੁੜ ਚੁੱਕੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਨੇ। ਗਰੇਵਾਲ ਸਾਹਿਬ, ਪਾਰਲੀਮੈਂਟ ਦੇ ਵਿੱਚ ਤਾਂ ਚਰਚਾ ਹੋਣੀ ਚਾਹੀਦੀ ਨਾ। ਪਾਰਲੀਮੈਂਟ ਦੇ ਵਿੱਚ ਜੇ ਚਰਚਾ ਨਹੀਂ ਹੋਏਗੀ ਫਿਰ ਤੇ ਗੱਲ ਕੀ ਹੋਏਗੀ? ਦੱਸੋ, ਤੁਹਾਡੇ ਉੱਤੇ ਸਿੱਧੀਆਂ ਉਂਗਲਾਂ ਚੁੱਕ ਰਹੇ ਨੇ ਪ੍ਰਤਾਪ ਬਾਜਵਾ ਕਿ ਅਸੀਂ ਕਰੀਏ ਕੀ? ਸਮਝਾ ਦਿਓ ਤੁਸੀਂ ਸਾਨੂੰ ਨਾ, ਕਿ ਦੇਸ਼ ਦੇ ਲੋਕਾਂ ਨੂੰ ਸਮਝਾ ਦਿਓ ਕਿ ਕਾਂਗਰਸੀ ਕਰਨ ਕੀ ਅੰਦਰ, ਤੁਸੀਂ ਗੱਲ ਨਹੀਂ ਸੁਣਦੇ ਸਾਡੀ। ਗੌਰਵ ਜੀ, ਕਿਸਾਨਾਂ ਦੀਆਂ ਮੁਸ਼ਕਲਾਤਾਂ ਤੇ ਹੀ ਚਰਚਾ ਦਾ ਸਮੇਂ ਰੱਖਿਆ ਸੀ ਆਪੋਜੀਸ਼ਨ ਦੀ ਡਿਮਾਂਡ ਤੇ ਜੀ, ਔਰ ਉਹਦੇ ਪਾਰਲੀਮੈਂਟ ਦੀ ਇੱਕ ਮਰਿਆਦਾ ਹੁੰਦੀ ਹੈ ਔਰ ਉਸ ਮਰਿਆਦਾ ਦੇ ਤੇ ਸੰਯਮ ਰੱਖਦੇ ਹੋਏ ਮੈਂਬਰ ਪਾਰਲੀਮੈਂਟਸ ਨੇ ਆਚਰਣ ਕਰਨਾ। ਔਰ ਉੱਥੇ ਜਦੋਂ ਚਰਚਾ ਦਾ ਸਮਾਂ ਕਿਸਾਨਾਂ ਤੇ ਆ ਗਿਆ ਤਾਂ ਉਸ ਵੇਲੇ ਇਹ ਬਿੱਲਾਂ ਦੇ ਬਾਰੇ ਵੀ ਬੋਲ ਸਕਦੇ ਆ, ਹੋਰ ਵੀ ਬੋਲ ਸਕਦੇ ਆ, ਤੇ ਉਹ ਬਿੱਲ ਫਾੜਨੇ ਔਰ ਉਹ ਸਿੱਟ ਦੇਣੇ ਜਾ ਕੇ ਜਾਂ ਇਸ ਤਰ੍ਹਾਂ ਦੇ ਕੰਮ ਕਰਨੇ, ਇਹ ਮਰਿਆਦਾ 'ਚ ਨਹੀਂ ਆਉਂਦਾ। ਇੱਕ ਮੈਂਬਰ ਪਾਰਲੀਮੈਂਟ ਲਈ ਇਹ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਜਿਹੜੀ ਸਹੀ ਗੱਲ ਹੋਵੇ ਉਹਨੂੰ ਸਹੀ ਕਹੋ, ਜਿਹੜੀ ਗਲਤ ਹੋਵੇ ਉਹਨੂੰ ਗਲਤ ਕਹੋ। ਨਹੀਂ ਗਰੇਵਾਲ ਸਾਹਿਬ, ਤੁਹਾਨੂੰ ਕੀ ਗਲਤ ਨਜ਼ਰ ਆ ਰਿਹਾ? ਮੈਂ ਥੋੜੀ ਦੇਰ ਪਹਿਲਾਂ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ ਗੱਲ ਕੀਤੀ ਹੈ, ਪੂਰੇ ਪੰਜਾਬ ਨੇ ਸੁਣਿਆ ਹੋਏਗਾ। ਪ੍ਰਤਾਪ ਬਾਜਵਾ ਕਹਿੰਦੇ ਕਿ ਗੱਲ ਸੁਣਦੇ ਹੀ ਨਹੀਂ ਸਾਡੀ, ਅਸੀਂ ਕਰੀਏ ਕੀ? ਮੈਂ ਉਹਨਾਂ ਨੂੰ ਕਿਹਾ ਕਿ ਇਹ ਕੀ ਤਰੀਕਾ ਹੋਇਆ? ਤੁਸੀਂ ਬਹੁਤ ਸੀਨੀਅਰ ਹੋ, ਤੁਸੀਂ ਨਹੀਂ ਇਸ ਤਰੀਕੇ ਦਾ ਕੋਈ ਵਤੀਰਾ ਕਰਦੇ। ਕਹਿੰਦੇ ਗੱਲ ਸੁਣਦੇ ਹੀ ਨਹੀਂ, ਮੈਂ ਕਈ ਵਾਰੀ ਕੰਮ ਰੋਕੂ ਮਤਾ ਦਿੱਤਾ, ਗੱਲ ਸੁਣਦੇ ਹੀ ਨਹੀਂ, ਮੈਂ ਕੀ ਕਰਾਂ? ਮੇਰੀ ਵੀ ਗੱਲ ਸੁਣ ਲਓ, ਬਾਜਵਾ ਜੀ ਬਹੁਤ ਸੀਨੀਅਰ ਨੇ, ਬੜੇ ਭਲੇ ਇਨਸਾਨ ਨੇ, ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਗੱਲ ਹੋਈ ਹੈ। ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ, ਇਹ ਅੱਛੀ ਗੱਲ ਨਹੀਂ ਹੈ। ਔਰ ਗਲਤੀ ਮੇਰੇ ਕੋਲੋਂ ਵੀ ਹੋ ਸਕਦੀ ਹੈ, ਗਲਤੀ ਸਾਹਮਣੇ ਵਾਲੇ ਕੋਲੋਂ ਵੀ ਹੋ ਸਕਦੀ ਹੈ, ਪਰ ਜਦੋਂ ਡਿਸਕਸ਼ਨ ਦਾ ਸਮੇਂ ਮਿਲ ਗਿਆ ਉਸ ਵੇਲੇ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਔਰ ਇਹ ਜਿਹੜੀ ਗੱਲ ਹੋਈ ਆ ਇਹ ਪਾਰਲੀਮੈਂਟ ਦੀ ਮਰਿਆਦਾ ਦੇ ਹਿਸਾਬ ਨਾਲ ਨਹੀਂ ਹੈ। ਇੱਕ ਮੈਂਬਰ ਪਾਰਲੀਮੈਂਟ ਨੂੰ, ਇਹ ਤਾਂ ਸੀਨੀਅਰ ਮੈਂਬਰ ਪਾਰਲੀਮੈਂਟ ਨੇ, ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਇਸ ਕਰਕੇ ਜਿਹੜੀ ਗੱਲ ਗਲਤ ਹੋਵੇ ਉਹਨੂੰ ਗਲਤ ਕਹੋ। ਬਿੱਲਾਂ ਦੇ ਬਾਰੇ ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਕਿਸੇ ਹੋਏ ਨੇ, ਉਹ ਕੀ ਸੋਚ ਰਹੇ ਨੇ, ਸਮਝ ਰਹੇ ਨੇ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਰਮਨੀਤ ਬਰਾੜ ਜੀ ਹੈਗੇ ਨੇ, ਕਿਸਾਨ ਨੇਤਾ, ਸੰਯੁਕਤ ਕਿਸਾਨ ਮੋਰਚੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਬਰਾੜ ਸਾਹਿਬ, ਤੁਹਾਡਾ ਫਸਟ ਰਿਐਕਸ਼ਨ, ਤੁਸੀਂ ਤਸਵੀਰਾਂ ਉਮੀਦ ਹੈ ਦੇਖੀਆਂ ਹੋਣਗੀਆਂ, ਪ੍ਰਤਾਪ ਬਾਜਵਾ ਜਿਸ ਤਰੀਕੇ ਨਾਲ ਅੰਦਰ ਆਵਾਜ਼ ਚੁੱਕ ਰਹੇ ਨੇ ਜਾਂ ਵਿਰੋਧ ਕਰ ਰਹੇ ਨੇ ਜਾਂ ਹੰਗਾਮਾ ਕਰ ਰਹੇ ਨੇ, ਉਹ ਆਪਣੀ ਆਪਣੀ ਨਜ਼ਰ ਹੋ ਸਕਦੀ ਹੈ ਦੇਖਣ ਦੀ। ਬੀਜੇਪੀ ਨੂੰ ਅਲੱਗ ਲੱਗੇਗਾ, ਕਾਂਗਰਸ ਨੂੰ ਅਲੱਗ, ਤੁਹਾਨੂੰ ਅਲੱਗ। ਕਿਵੇਂ ਕਿਸਾਨ ਆਗੂ ਦੇਖ ਰਹੇ ਨੇ ਕਿ ਇਹ ਸਹੀ ਤਰੀਕਾ ਹੈ ਕਿ ਐਵੇਂ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ? ਤੇ ਦੂਜਾ ਇੱਕ ਛੋਟਾ ਜਿਹਾ ਸਵਾਲ, ਸਮਾਂ ਠੀਕ ਹੈ ਤੁਹਾਨੂੰ ਲੱਗਦਾ? ਕਿਉਂਕਿ 2 ਤੋਂ 3 ਦਿਨ ਬਾਕੀ ਨੇ ਹੁਣ ਸਿਰਫ ਇਸ ਪੂਰੇ ਪਾਰਲੀਮੈਂਟ ਇਜਲਾਸ ਦੇ ਵਿੱਚ, ਮੌਨਸੂਨ ਇਜਲਾਸ ਦੇ ਵਿੱਚ। ਗੌਰਵ ਜੀ, ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜੇ ਉੱਥੇ ਬਿੱਲਾਂ ਨੂੰ ਪਾੜਿਆ ਗਿਆ ਜਾਂ ਬਿੱਲਾਂ ਨੂੰ ਸੁੱਟਿਆ ਗਿਆ, ਟੇਬਲ ਤੇ ਚੜੇ, ਦੇਖੋ ਜ਼ਰੂਰ ਹੰਗਾਮਾ ਜਿਹੜਾ ਅਸੀਂ ਪਹਿਲੇ ਦਿਨ ਤੋਂ ਚਾਹੁੰਦੇ ਸੀਗੇ ਵੀ ਇੱਕ ਜਿਹੜਾ ਵਿਪ ਜਾਰੀ ਕੀਤਾ ਸੀ ਉਹੀ ਜਾਰੀ ਕੀਤਾ ਸੀ ਵੀ ਤੁਸੀਂ ਸੰਸਦ ਦੇ ਵਿੱਚ ਜਾ ਕੇ ਲੋਕਾਂ ਨੂੰ ਜਗਾਓ, ਇਹ ਨਹੀਂ ਵੀ ਤੁਸੀਂ ਵਾਕਆਊਟ ਕਰਕੇ ਬਾਹਰ ਆ ਜਾਓ ਜਿਵੇਂ ਪਹਿਲਾਂ ਕਰਦੇ ਸੀਗੇ। ਇਸ ਵਾਰ ਚੰਗੀ ਗੱਲ ਦੇਖਣ ਨੂੰ ਆਈ ਹੈ ਵੀ ਜਿਹੜੇ ਸਾਡੇ ਨੁਮਾਇੰਦੇ ਜਿਹੜੇ ਅਸੀਂ ਚੁਣ ਕੇ ਭੇਜੇ ਆ ਉਹ ਜਾਗ ਚੁੱਕੇ ਆ, ਉਹਨਾਂ ਨੇ ਸਾਡੀ ਆਵਾਜ਼ ਉਠਾਈ ਹੈ, ਅਸੀਂ ਇਹਦੀ ਸ਼ਲਾਘਾ ਕਰਦੇ ਆ। ਜੋ ਕੁਝ ਅੱਜ ਪ੍ਰਤਾਪ ਬਾਜਵਾ ਜੀ ਨੇ ਕੀਤਾ ਅਸੀਂ ਉਹਦੀ ਸ਼ਲਾਘਾ ਕਰਦੇ ਆ। ਦੂਸਰੀ ਗੱਲ ਦੱਸਣਾ ਚਾਹੁੰਦਾ, ਬੀਜੇਪੀ ਕਹਿੰਦੀ ਚਰਚਾ ਨਹੀਂ ਕਰ ਰਹੇ, ਸਾਡੇ ਸੀਨੀਅਰ ਨੇਤਾ ਬੀਜੇਪੀ ਵਾਲੇ ਸਾਡੇ ਸੀਨੀਅਰ ਨੇਤਾ ਜੀ ਬੈਠੇ ਆ, ਹਰਜੀਤ ਗਰੇਵਾਲ ਜੀ, ਉਹ ਵਾਰ-ਵਾਰ ਕਹਿ ਰਹੇ ਆ ਵੀ ਇਹ ਕੁਝ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਤੇ ਜਿਹੜਾ ਤੁਸੀਂ ਕਨਸਟੀਟਿਊਸ਼ਨ ਦੇ ਅਗੇਂਸਟ ਜਾ ਕੇ ਫਾਰਮਰ ਲਾਅ ਬਣਾਏ ਆ ਉਹ ਸਹੀ ਹੈ ਜੀ? ਕੀ ਗਰੇਵਾਲ ਸਾਹਿਬ ਤੁਹਾਨੂੰ ਅੱਜ 75 ਸਾਲ ਹੋਣ ਵਾਲੇ ਆ ਗੌਰਵ ਜੀ ਆਪਣੀ ਇੰਡੀਪੈਂਡੈਂਸ ਨੂੰ, ਅਗਲੇ ਸਾਲ 75 ਸਾਲ ਹੋ ਜਾਣੇ ਆ। 75 ਸਾਲਾਂ ਬਾਅਦ ਵੀ ਆਮ ਬੰਦਾ ਜੇ ਸੜਕਾਂ ਤੇ ਰੁਲ ਰਿਹਾ ਤਾਂ ਕਿੱਥੇ ਕਮੀ ਹੈ? ਕਿੱਥੇ ਇਹ ਕਮੀ ਆ ਰਹੀ ਹੈ? ਕੀ ਅਸੀਂ ਬੰਦੇ ਆਪਦੇ ਮੈਂ ਵਾਪਸ ਪੁਆਇੰਟ ਦੇ ਉੱਤੇ ਆ ਰਿਹਾ। ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਨੇ, ਉਹ ਕਹਿ ਰਹੇ ਨੇ ਕਿ ਤਾਂ ਚਰਚਾ ਚਾਹੁੰਦੇ ਹੀ ਨਹੀਂ ਕਰਨੀ ਨਾ। ਤੁਹਾਨੂੰ ਵੀ ਲੱਗਦਾ ਹੈ ਕਿ ਅੰਦਰ ਇਸ ਤਰੀਕੇ ਨਾਲ ਹੀ ਚਰਚਾ ਹੋ ਸਕਦੀ ਹੈ ਸਦਨ ਦੇ ਅੰਦਰ? ਕਿਉਂਕਿ ਉਹ ਤਾਂ ਐਮਪੀ ਲੋਕਾਂ ਦੇ ਚੁਣ ਕੇ ਗਏ ਹੋਏ ਨੇ, ਰਾਜ ਸਭਾ ਦੇ ਜ਼ਰੀਏ ਰਾਜ ਸਭਾ ਦੇ ਵਿੱਚ ਗਏ ਹੋਏ ਨੇ। ਤੁਹਾਨੂੰ ਲੱਗਦਾ ਕਿ ਇਹ ਸਹੀ ਤਰੀਕਾ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਚਰਚਾ ਕਰੋ, ਸੰਖੇਪ ਹੋ ਰਹੀ ਹੈ ਚਰਚਾ, ਕੋਈ ਗੱਲ ਨਹੀਂ, ਸ਼ਾਰਟ ਡਿਸਕਸ਼ਨ ਹੋ ਰਹੀ ਹੈ, ਸ਼ਾਰਟ ਤਾਂ ਕਰੋ ਇੱਕ ਵਾਰੀ? ਗਰੇਵਾਲ ਸਾਹਿਬ ਸਾਡੇ ਨਾਲ ਨੇ, ਉਹ ਕਹਿ ਰਹੇ ਨੇ ਕਿ ਉਹ ਤਾਂ ਮੁੱਦਾ ਰੱਖ ਸਕਦੇ ਸੀ, ਆਪਣਾ ਕਾਨੂੰਨਾਂ ਦਾ ਮੁੱਦਾ ਰੱਖ ਦਿੰਦੇ, ਜਿਹੜਾ ਵੀ ਮੁੱਦਾ ਸੀ ਰੱਖ ਦਿੰਦੇ। ਗੌਰਵ ਜੀ, ਦੱਸਣਾ ਚਾਹੁੰਦਾ ਚਰਚਾ ਤਾਂ 22 ਜਨਵਰੀ ਤੋਂ ਬੰਦ ਕਰ ਦਿੱਤੀ ਇਹਨਾਂ ਨੇ। ਅਸੀਂ ਚਰਚਾ ਕਿਵੇਂ ਕਰੀਏ? ਚਰਚਾ ਦਾ ਇੱਕ ਤਰੀਕਾ ਤਾਂ ਦੱਸੋ ਨਾ।
ਪਰ ਕਦੇ ਕਹਿੰਦੇ ਵੀ ਆਰ ਜਸਟ ਅ ਫੋਨ ਕਾਲ ਅਵੇ, ਨਾ ਸਾਨੂੰ ਫੋਨ ਨੰਬਰ ਮਿਲਦਾ। ਪਾਰਲੀਮੈਂਟ ਦੇ ਅੰਦਰ ਦਾ ਮੈਂ ਜ਼ਿਕਰ ਕਰ ਰਿਹਾ ਸਰ, ਸਦਨ ਦੇ ਵਿੱਚ ਦਾ ਜ਼ਿਕਰ ਕਰ ਰਹੇ ਸਦਨ ਦੇ ਵਿੱਚ ਹੀ ਕਹਿ ਰਹੇ ਹਾਂ ਜੀ, ਚਰਚਾ ਤੇ ਜਿਹੜਾ ਇਹਨਾਂ ਨੇ ਸਮਾਂ ਦਿੱਤਾ ਸੀਗਾ, ਚਰਚਾ ਕਿਵੇਂ ਹੋਊਗੀ? ਅੱਜ ਸਦਨ ਨੂੰ 3 ਦਿਨ ਬਾਕੀ ਰਹਿ ਗਏ, ਕੀ ਜਿਹੜੇ ਇੰਨੇ ਦਿਨ ਆਪਾਂ ਨਿਗਾਹ ਲਏ ਆ ਉਦੋਂ ਚਰਚਾ ਕਿੱਥੇ ਗਈ ਸੀਗੀ? ਹੁਣ ਲਾਸਟ ਵਾਲੇ 3 ਦਿਨਾਂ 'ਚ ਤੁਸੀਂ ਕਹਿ ਰਹੇ ਚਰਚਾ ਕਰਨੀ ਹੈ। ਚਰਚਾ ਦਾ ਮੁੱਦਾ ਉੱਥੇ ਆਉਂਦਾ ਉੱਥੇ ਬੈਠੇ ਜੇ ਉਹ ਸਾਡੀ ਆਵਾਜ਼ ਉਠਾ ਰਹੇ ਆ, ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਉਠਾਉਣ ਦੇ ਰਹੇ, ਉਹਨਾਂ ਦੇ ਸਦਨ ਦਾ ਬਾਈਕਾਟ ਕਰਾ ਰਹੇ ਹੋ, ਸਦਨ 'ਚ ਰੌਲਾ ਪਵਾ ਰਹੇ, ਬੀਜੇਪੀ ਵਾਲੇ ਸੰਸਦ ਸਾਰੇ ਰੌਲਾ ਪਾ ਰਹੇ ਆ। ਉੱਥੇ ਉਹਨਾਂ ਦੀ ਗੱਲ ਸੁਣਨਗੇ ਤਾਂ ਹੀ ਉਹਦੇ ਤੇ ਕੁਝ ਅਮਲ ਕਰਨਗੇ। ਜੇ ਅੱਜ ਇੰਨੇ ਦਿਨਾਂ ਬਾਅਦ 8 ਮਹੀਨਿਆਂ ਬਾਅਦ ਵੀ ਗੱਲ ਨਹੀਂ ਸੁਣੀ ਜਾ ਰਹੀ ਸਦਨ ਦੇ ਵਿੱਚ, ਪਾਰਲੀਮੈਂਟ ਸੈਸ਼ਨ ਇੱਕ ਬਹੁਤ ਵੱਡਾ ਹੁੰਦਾ ਜੀ, ਸਾਰੀ ਕੰਟਰੀ ਵੇਖਦੀ ਹੈ ਇਹਨੂੰ, ਪਰ ਕੀ ਹੈ ਅੱਜ ਵੀ ਜੇ ਜਿਹੜੇ ਪਾਰਲੀਮੈਂਟ ਇਹਨਾਂ ਨੇ ਬਿੱਲ ਪਾਸ ਕੀਤੇ ਸੀ ਇੱਥੇ ਹੀ ਰੱਦ ਹੋ ਸਕਦੇ ਆ। ਹਰਜੀਤ ਗਰੇਵਾਲ ਜੀ ਨੂੰ ਮੈਂ ਕਹੂੰਗਾ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਜੀ ਮੈਂ ਰਮਨੀ ਜੀ ਬਰਾੜ ਸਾਹਿਬ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ। ਗਰੇਵਾਲ ਸਾਹਿਬ ਦੇਖੋ ਸਵਾਲ ਤਾਂ ਉਹੀ ਹੈ ਨਾ ਕਿ ਪੂਰਾ ਸੈਸ਼ਨ ਕੱਢਤਾ, ਆਖਰੀ 2-3 ਦਿਨਾਂ ਦੇ ਵਿੱਚ ਜਾ ਕੇ ਸਰਕਾਰ ਕਹਿੰਦੀ ਕਿ ਚਲੋ ਕਰ ਲਓ ਡਿਸਕਸ਼ਨ, ਤੇ ਉਹ ਵੀ ਸ਼ਾਰਟ ਡਿਸਕਸ਼ਨ, ਇਹ ਨਹੀਂ ਕਿ ਵਿਸਤਾਰ ਦੇ ਨਾਲ 5-7 ਘੰਟੇ ਦਵੋ ਜਾਂ 1-2 ਦਿਨ ਦਵੋ, ਉਸ ਦੇ ਉੱਤੇ ਗੱਲਬਾਤ ਹੋਵੇ। ਇੱਕ ਵੱਡਾ ਮਸਲਾ ਹੈ ਪੂਰੇ ਦੇਸ਼ ਦੇ ਲਈ। ਗੌਰਵ ਜੀ, ਪਾਰਲੀਮੈਂਟ ਤੇ ਰਿਕਾਰਡ ਤੇ ਵੀ ਆਉਂਦਾ, ਸਾਰਾ ਕੁਝ ਆਉਂਦਾ ਕਿ ਕਿਸਾਨ ਬਿੱਲਾਂ ਦੇ ਬਾਰੇ ਇਸ ਐਮਪੀ ਨੇ ਜਾਂ ਕਿਸਾਨਾਂ ਦੀਆਂ ਸਮੱਸਿਆ ਦੇ ਬਾਰੇ ਇਸ ਮਾਨਨੀय ਮੈਂਬਰ ਪਾਰਲੀਮੈਂਟ ਨੇ ਇਹ ਗੱਲ ਕਹੀ ਆ, ਇਸ ਨੇ ਆ ਕਹੀ ਆ, ਤਾਂ ਚਰਚਾ ਹੋਣੀ ਚਾਹੀਦੀ ਹੈ। ਜੇ ਚਰਚਾ ਹੀ ਨਹੀਂ ਹੋਊਗੀ, ਡੈਮੋਕ੍ਰੇਸੀ ਹੈ ਇਹ, ਅਸੀਂ ਇੱਕ ਦੂਜੇ ਨਾਲ ਸੰਵਾਦ ਨਹੀਂ ਕਰਾਂਗੇ, ਸੰਵਾਦਹੀਨਤਾ ਜਿਹੜਾ ਉਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਕਹਿਣਾ ਕਿ ਉਹ ਨੂੰ ਐਪਰੀਸ਼ੀਏਟ ਨਾ ਕਰੋ। ਇਹ ਉੱਥੇ ਆਪਣੀ ਆਪਣੀ ਗੱਲ ਰੱਖ ਕੇ ਵੀ ਸਾਰੇ ਵਿਰੋਧ ਕਰ ਸਕਦੇ ਨਹੀਂ ਸਰ, ਉਹੀ ਤਾਂ ਉਹ ਕਹਿ ਰਹੇ ਨਾ ਕਿ ਦੋ ਚੀਜ਼ਾਂ ਨੇ, ਇੱਕ ਤਾਂ ਸ਼ਾਰਟ ਡਿਸਕਸ਼ਨ ਤੇ ਦੂਜੀ ਗੱਲ ਤੁਸੀਂ ਬਿਲਕੁਲ ਆਖਰੀ ਪੜਾਅ ਦੇ ਉੱਤੇ ਜਾ ਕੇ ਗੱਲ ਕਰ ਰਹੇ ਹੋ। ਗੱਲ ਤੇ ਸੁਣੋ ਨਾ ਜੀ, ਉਹਨੂੰ 13 ਤਰੀਕ ਲਾਸਟ ਸਰ ਉਹਨੂੰ ਕੰਸੈਂਸਸ ਨਾਲ 1-2 ਦਿਨ ਲਈ ਵਧਾਇਆ ਵੀ ਜਾ ਸਕਦਾ ਹੁੰਦਾ, ਕੋਈ ਐਸੀ ਗੱਲ ਨਹੀਂ ਹੁੰਦੀ। ਆਪੋਜੀਸ਼ਨ ਦੀ ਵੀ ਗੱਲ ਮੰਨੀ ਜਾਂਦੀ ਆ, ਜਿਹੜੀ ਸੱਤਾ ਤੇਰਾ ਉਸ ਦਾ ਵੀ ਸਨਮਾਨ ਤੇ ਸਤਿਕਾਰ ਹੁੰਦਾ, ਆਪੋਜੀਸ਼ਨ ਦਾ ਵੀ ਸਨਮਾਨ ਤੇ ਸਤਿਕਾਰ ਹੁੰਦਾ। ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ ਕਿ ਇਹ ਗੱਲ ਨਹੀਂ ਮੰਨੀ ਜਾਣੀ ਸੀ ਇਹਨਾਂ ਦੀ। ਇਹਨਾਂ ਨੂੰ ਬੜੀ ਇਸ ਚੀਜ਼ ਦੀ ਤੁਸੀਂ ਡਿਸਕਸ਼ਨ ਦੀ ਡੈਮੋਕ੍ਰੇਸੀ ਡਿਸਕਸ਼ਨ ਨਹੀਂ ਹੋਏਗੀ ਤਾਂ ਇਹਨਾਂ ਬਿੱਲਾਂ ਦੇ ਬਾਰੇ ਕੀ ਕਮੀ ਹੈ ਉਹਦੇ ਬਾਰੇ ਕਿਸ ਤਰ੍ਹਾਂ ਸਮਝ ਆਏਗਾ। ਤੇ ਇਸ ਕਰਕੇ ਆਪਸ ਚ ਮੈਂਬਰ ਪਾਰਲੀਮੈਂਟਸ ਨੂੰ ਉਹ ਇੱਕ ਐਸਾ ਆਚਰਣ ਕਰਨਾ ਚਾਹੀਦਾ ਜਿਹਦੇ ਦੂਜੇ ਲੋਕ ਵੀ ਪ੍ਰੇਰਣਾ ਲੈਣ। ਦੇਖੋ ਇੱਕ ਪੁਆਇੰਟ ਤਾਂ ਇਹ ਵੀ ਹੈ ਨਾ ਕਿ ਡਿਸਕਸ਼ਨ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਨੇ ਜਾਂ ਐਮਪੀਜ਼ ਨੇ ਉਹ ਤਾਂ ਕਹਿੰਦੇ ਕਿ ਸਾਡੀ ਸੁਣ ਨਹੀਂ ਰਹੇ, ਫਿਰ ਪਾਰਲੀਮੈਂਟ ਦਾ ਸੈਸ਼ਨ ਕਿਵੇਂ ਵਧਾ ਲਿਆ? ਟਾਈਮ ਰੱਖਿਆ, ਗੱਲ ਸੁਣੋ, ਮੈਂ ਚਲੋ ਵਾਪਸ ਆਣਾ ਸਰ ਤੁਹਾਡੇ ਕੋਲ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਬਣੇ ਰਹੋ ਸਾਡੇ ਨਾਲ। ਬਿੱਲ ਫਾੜ ਕੇ ਉੱਥੇ ਮੂੰਹ ਤੇ ਮਾਰ ਰਹੇ ਹੋ, ਸਿੱਟ ਰਹੇ ਹੋ। ਠੀਕ ਹੈ, ਧਾਰਨੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਧਾਰਨੀ ਸਾਹਿਬ ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਹੋ ਇਸ ਵਿਚਾਲੇ? ਪੰਜਾਬ ਦੇ ਲੋਕ ਜਾਣਨਾ ਵੀ ਚਾਹੁੰਦੇ ਨੇ ਕਿਉਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨਜ਼ਰ ਆਏ, ਪ੍ਰਤਾਪ ਬਾਜਵਾ ਤਾਂ ਆ ਹੀ ਰਹੇ ਨੇ। ਸਵਾਲ ਕਿਉਂਕਿ ਪ੍ਰਤਾਪ ਬਾਜਵਾ ਨੇ ਜਦੋਂ ਗੱਲਬਾਤ ਕੀਤੀ ਨਿਊਜ਼ 18 ਦੇ ਨਾਲ ਤਾਂ ਸਿੱਧਾ ਸਵਾਲ ਕੀਤਾ ਅਕਾਲੀ ਦਲ ਨੂੰ ਲੈ ਕੇ ਕਿ ਅਕਾਲੀ ਦਲ ਤੇ ਦੇਖੋ ਕਿੱਥੇ ਸੀਗੇ ਐਮਪੀ ਰਾਜ ਸਭਾ ਵਾਲੇ, ਉਹ ਵੀ ਨਾਲ ਆਉਂਦੇ, ਕਰਦੇ ਪ੍ਰਦਰਸ਼ਨ ਅੰਦਰ, ਉਹ ਵੀ ਆਵਾਜ਼ ਚੁੱਕਦੇ। ਦੇਖੋ ਆਪਣਾ ਸ਼ੁਕਲਾ ਜੀ, ਮੈਂ ਇੱਕੋ ਗੱਲ ਕਹਿਣਾ ਗੌਰਵ ਕਿ ਆਪਾਂ ਅੱਜ ਇੱਕ ਗੱਲ ਨੂੰ ਨਾ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖੀਏ। ਨੰਬਰ 1 ਭਾਵਨਾ ਤੇ ਨੰਬਰ 2 ਹੈਗਾ ਡਰਾਮਾ। ਨੰਬਰ 3 ਜਿਹੜੀ ਅੱਜ ਗੱਲ ਹੋ ਰਹੀ ਹੈਗੀ ਅੱਜ ਵਿਧਾਨ ਪਾਰਲੀਮੈਂਟ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਗੱਲ ਕੀਤੀ ਗਈ ਆ ਸੰਖੇਪ ਚਰਚਾ ਕਾਦੇ ਤੇ? ਕਾਨੂੰਨਾਂ ਤੇ। ਮੈਂ ਹੁਣ ਇਹ ਤੋਂ ਪਿੱਛੇ ਜਾਣਾ ਕਿ ਜਦੋਂ ਪਹਿਲਾਂ ਜਿਹੜੀ ਹੈਗੇ ਕਾਨੂੰਨ ਬਣਨ ਤੋਂ ਪਹਿਲਾਂ ਚਰਚਾ ਹੋਣੀ ਸੀ, ਉਸ ਚਰਚਾ ਦੇ ਵਿੱਚ ਤਾਂ ਸ਼ਾਮਲ ਨਾ ਹੋਏ। ਉਸ ਟਾਈਮ ਤੇ ਤਾਂ ਆਮ ਆਦਮੀ ਪਾਰਟੀ ਵੀ ਤੇ ਇਹ ਵੀ ਜਿਹੜਾ ਕਾਂਗਰਸ ਵੀ ਹੈ ਇਹ ਦੋਵੇਂ ਵਾਕਆਊਟ ਕਰਕੇ ਚਲੇ ਗਏ। ਵਾਕਆਊਟ ਕਰਕੇ ਉਸ ਟਾਈਮ ਚਰਚਾ ਕਰਨ ਦਾ ਟਾਈਮ ਸੀ, ਉਸ ਟਾਈਮ ਚਰਚਾ ਕਰਨੀ ਚਾਹੀਦੀ ਸੀ, ਉਸ ਟਾਈਮ ਪਾਰਲੀਮੈਂਟ ਦੇ ਵਿੱਚ ਬੈਠਣਾ ਚਾਹੀਦਾ ਸੀ। ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਬੋਲ ਰਹੀ ਸੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬੋਲ ਰਹੇ ਸੀ, ਉਸ ਟਾਈਮ ਨਹੀਂ ਇਹਨਾਂ ਨੇ ਕਰੀ। ਅੱਜ ਕੀ ਹੈ? ਦੇਖੋ ਇੱਕ ਗੱਲ ਕਲੀਅਰ ਹੈ ਕਿ ਕਾਨੂੰਨ ਪਾਸ ਹੋ ਚੁੱਕੇ ਹੈ, ਪਾਰਲੀਮੈਂਟ ਦੇ ਵਿੱਚ ਪਾਸ ਹੋ ਚੁੱਕੇ ਹੈ। ਅੱਜ ਕਿਸਾਨ ਸਾਰਾ ਦੇਸ਼ ਜਿਹੜਾ ਹੈਗਾ ਉਹਨਾਂ ਦੀ ਵਿਰੋਧਤਾ ਕਰ ਰਿਹਾ ਔਰ ਇਹ ਗੱਲ ਕਹਿ ਰਿਹਾ ਕਿ ਇਹ ਰਿਪੀਲ ਹੋਣੇ ਚਾਹੀਦੇ ਆ। ਪਰ ਸਰਕਾਰ ਕੀ ਕਰ ਰਹੀ ਹੈ? ਇਸ पे संक्षेप चर्चा होनी चाहिए। ਅੱਜ ਚਰਚਾ ਕਾਹਦੇ ਤੇ ਕਰ ਰਹੇ ਆ? ਬਿੱਲਾਂ ਤੇ ਕਰਦੇ ਆ। ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ ਇੱਕੋ ਗੱਲ ਚਾਹੁੰਦਾ ਹੈਗਾ ਕਿ ਇਹਨਾਂ ਬਿੱਲਾਂ ਨੂੰ ਵਾਪਸ ਲਓ। ਅਸੀਂ ਇਹਨਾਂ ਦੇ ਡਰਾਮੇ ਦੇ ਵਿੱਚ ਭਾਗੀਦਾਰ ਨਹੀਂ ਬਣਨਾ। ਅਸੀਂ ਜਿੱਦਣ ਤੋਂ ਜਿਹੜਾ ਹੈਗਾ ਇਹ ਤੁਸੀਂ ਡਰਾਮਾ ਵਰਡ ਯੂਜ਼ ਕਰ ਰਹੇ ਹੋ ਧਾਰਨੀ ਸਾਹਿਬ ਬਾਰ-ਬਾਰ।
ਬਿਲਕੁਲ ਤੁਹਾਨੂੰ ਲੱਗਦਾ ਪ੍ਰਤਾਪ ਬਾਜਵਾ ਜਾਂ ਕਾਂਗਰਸੀ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹ ਡਰਾਮਾ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੈ, ਅਕਾਲੀ ਦਲ ਨੂੰ ਡਰਾਮਾ ਨਜ਼ਰ ਆ ਰਿਹਾ ਹੈ? ਬਿਲਕੁਲ ਉਹ ਡਰਾਮਾ ਹੈਗਾ ਜੀ। ਦੇਖੋ ਮੈਂ ਤੁਹਾਨੂੰ ਮੈਂ ਬਿਲਕੁਲ ਕਲੀਅਰ ਕਿਉਂ ਡਰਾਮਾ ਲੱਗਦਾ ਤੁਹਾਨੂੰ? ਮੈਂ ਨਹੀਂ ਦੇਖੋ ਕਿਸਾਨ ਆਗੂ ਬੈਠੇ ਨੇ, ਉਹ ਕਹਿ ਰਹੇ ਨੇ ਕਿ ਨਹੀਂ ਜੇ ਆਵਾਜ਼ ਚੁੱਕ ਰਹੇ ਨੇ ਤਾਂ ਵਧੀਆ, ਐਪਰੀਸ਼ੀਏਬਲ ਹੈ। ਬਿਲਕੁਲ ਮੈਂ ਤੁਹਾਨੂੰ ਭਾਵਨਾ ਦੀ ਵੀ ਗੱਲ ਕਰੀ ਹੈ ਨਾ ਨਾਲ। ਮੈਂ ਕਹਿੰਦਾ ਅੱਜ ਉਹ ਕੁਐਸਚਨ ਚੱਕ ਰਹੇ ਹੈਗੇ ਆ, ਹੋ ਸਕਦਾ ਉਹਨਾਂ ਦੀ ਆਵਾਜ਼ ਵੀ ਸੁਣ ਕੇ ਜਿਹੜਾ ਹੈਗਾ ਇਹ ਕਾਨੂੰਨ ਰਿਪੀਲ ਹੋਣ। ਪਰ ਮੈਂ ਨਾਲ ਇਹ ਗੱਲ ਕਹੀ ਹੈਗੀ ਹੈ ਕਿ ਕਾਨੂੰਨ ਜਦੋਂ ਬਣੇ ਸੀ ਉਸ ਟਾਈਮ ਇਹੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਣੀ ਸੀ ਕਿੱਥੇ ਸੀ? ਇਹ ਕਿਉਂ ਜਿਹੜੀ ਹੈਗਾ ਪਾਰਲੀਮੈਂਟ ਛੱਡ ਕੇ ਬਾਹਰ ਚਲੇ ਗਏ ਸੀ? ਉਹਦਾ ਭਗਵੰਤ ਮਾਨ ਕਿਉਂ ਪਾਰਲੀਮੈਂਟ ਛੱਡ ਕੇ ਬਾਹਰ ਚਲੇ ਗਏ ਸੀ? ਉਸ ਟਾਈਮ ਤੇ ਇਹਨਾਂ ਦੇ ਉੱਤੇ ਡਿਸਕਸ਼ਨ ਜਿਹੜੀ ਹੈਗੀ ਆ ਵਾਸਟ ਡਿਸਕਸ਼ਨ ਹੋਣੀ ਸੀ। ਅੱਜ ਵਾਸਟ ਡਿਸਕਸ਼ਨ ਨਹੀਂ, ਅੱਜ ਸਾਰੀ ਗੇਮ ਹੈਗੀ ਆ ਜਿਹੜੀ ਬੀਜੇਪੀ ਦੇ ਪਾਲੇ ਦੇ ਵਿੱਚ ਹੈਗੀ ਆ, ਸਰਕਾਰ ਦੇ ਪਾਲੇ ਦੇ ਵਿੱਚ ਹੈਗੀ ਆ। ਸਰਕਾਰ ਕਹਿ ਰਹੀ ਹੈ ਕਾਨੂੰਨੋਂ ਡਿਸਕਸ਼ਨ ਕਰੀਏ ਕਿ ਨਾ ਕਰੀਏ, ਨਹੀਂ ਵਿਰੋਧ ਹੋਣ ਕਿ ਨਾ ਹੋਣ। ਬਿਲਕੁਲ ਮੈਂ ਜਵਾਬ ਲੈ ਲਈਏ ਇੱਕ ਵਾਰੀ। ਬਲਵਿੰਦਰ ਲਾਡੀ ਜੀ ਬਹੁਤ ਦੇਰ ਜਿਹੜੇ ਹਰ ਰੋਜ਼ ਕਾਂਗਰਸ ਕਰ ਰਹੀ ਹੈਗੀ ਹੈ ਔਰ ਅਕਾਲੀ ਦਲ ਕਰ ਰਿਹਾ ਹੈਗਾ। ਠੀਕ ਹੈ, ਮੈਂ ਤੁਹਾਡੇ ਕੋਲ ਆਣਾ ਹੈ। ਬਲਵਿੰਦਰ ਲਾਡੀ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਸਰ, ਕਾਂਗਰਸ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਕਾਲੀ ਦਲ ਨੂੰ ਡਰਾਮਾ ਨਜ਼ਰ ਆ ਰਿਹਾ ਹੈ। ਉਹ ਕਹਿ ਰਹੇ ਨੇ ਕਿ ਭਾਵਨਾ ਹੋਣੀ ਚਾਹੀਦੀ ਹੈ ਕਿ ਜਦੋਂ ਜ਼ਰੂਰਤ ਸੀ ਅੰਦਰ ਬੋਲਣ ਦੀ ਉਦੋਂ ਬੋਲੇ ਨਹੀਂ, ਤੇ ਹੁਣ ਪ੍ਰਦਰਸ਼ਨ ਕਰ ਰਹੇ ਹੋ, ਡਰਾਮਾ ਹੈ ਇਹ। ਗੱਲ ਅਕਾਲੀ ਦਲ ਵਾਲਿਆਂ ਨੇ ਤੇ ਉਦੋਂ ਇਹਨੂੰ ਸਲਾਇਆ ਸੀ ਜੀ। ਉਦੋਂ ਇਹਦੇ ਤੇ ਉਹ ਕਹਿੰਦੇ ਸੀ ਵੀ ਇਹ ਕਾਂਗਰਸ ਵਾਲੇ ਗਲਤ ਝੂਠੇ ਇਲਜ਼ਾਮ ਲਾ ਰਹੇ ਨੇ ਮੋਦੀ ਸਾਹਿਬ ਤੇ, ਸਰਕਾਰ ਤੇ। ਸੋ ਇਹਨਾਂ ਨੂੰ ਇਹ ਚਾਹੀਦਾ ਕਿ ਅੱਜ ਇਹਨਾਂ ਨੂੰ ਪਤਾ ਕਿ 2022 ਚ ਆਪਾਂ ਇਲੈਕਸ਼ਨ ਲੜਨੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ। ਇਹਨਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਜੇ ਆਪਾਂ ਹੁਣ ਇਹ ਦੇਖੋ ਇਹਨਾਂ ਨੇ ਅਸਤੀਫਾ ਕਿਉਂ ਦਿੱਤਾ, ਕਿਉਂ ਇਹਨਾਂ ਚਿਰ ਚੰਬੜੇ ਰਹੇ ਉਸ ਮਹਿਕਮੇ ਨਾਲ ਉਹਨਾਂ ਦੇ ਲੀਡਰ। ਗੱਲ ਇਹ ਹੈ ਕਿ ਹੁਣ ਇਹਨਾਂ ਨੂੰ ਪਤਾ ਲੱਗਾ 2022 ਦੇ ਵਿੱਚ ਸਾਨੂੰ ਕਿਸਾਨਾਂ ਨੇ ਤੇ ਪੰਜਾਬ ਦੀ ਜਨਤਾ ਨੇ ਮਾਫ ਨਹੀਂ ਕਰਨਾ। ਅੱਗੇ ਤੇ ਇਹਨਾਂ ਨੂੰ 14 ਕੇ 15 ਮਿਲਿਆ ਸੀ, ਹੁਣ ਇਹਨਾਂ ਦਾ 0-0 ਪਲੱਸ ਹੋਣਾ। ਸੋ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ, ਭਾਵਨਾ ਦੇਖੋ ਅੱਜ ਦੇਸ਼ ਸਾਰਾ ਸੜਕਾਂ ਤੇ ਬੈਠਾ, ਇਹ ਕਹਿੰਦੇ ਭਾਵਨਾ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪਿਛਲੀ ਵਾਰੀ ਜਦੋਂ ਸੈਸ਼ਨ ਸੀ ਉਹਨਾਂ ਨੇ ਬੜਾ ਸੈਸ਼ਨ 'ਚ ਬੜਾ ਕਲੀਅਰ ਕੀਤਾ ਸੀ ਕਿ ਮੋਦੀ ਪ੍ਰਧਾਨ ਮੰਤਰੀ ਦੇ ਉੱਥੇ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੇ ਆਓ ਅਸੀਂ ਸਾਰੇ ਤੁਹਾਡੇ ਨਾਲ ਚੱਲਦੇ ਆ ਕੇ ਤੁਸੀਂ ਕਿਸਾਨਾਂ ਨੂੰ ਇਹ ਆਸ਼ਵਾਸਨ ਦਵਾ ਦਿਓ ਕਿ ਇਹ ਕਾਲੇ ਕਾਨੂੰਨ ਜਿਹੜੇ ਅਸੀਂ ਵਾਪਸ ਲੈਨੇ ਆ, ਤਾਂ ਕਿ ਅੱਜ ਪੂਰੇ ਅਸੀਂ ਵੀ ਤੁਹਾਡੇ ਨਾਲ ਖੜੇ ਹੋਵਾਂਗੇ। ਸੋ ਇਹ ਕਹਿੰਦੇ ਅੱਜ ਡਰਾਮਾ ਕਰ ਰਹੇ ਨੇ। ਅਸੀਂ ਤੇ ਕਾਂਗਰਸ ਵਾਲੇ ਉਦੋਂ ਦਾ ਹੀ ਗੱਲ ਜਿਹੜੀ ਕਿਸਾਨਾਂ ਦੇ ਗੱਲ ਕਰ ਰਹੇ ਆ, ਇਹਨਾਂ ਨੂੰ ਅੱਜ ਡਰਾਮਾ ਲੱਗ ਰਿਹਾ ਮੇਰੇ ਵੀਰ ਨੂੰ। ਠੀਕ ਹੈ, ਧਾਰਨੀ ਸਾਹਿਬ ਰਿਐਕਸ਼ਨ ਦੇਣਾ ਚਾਹੋਗੇ? ਮੈਂ ਨਾ ਮੇਰੀ ਲਾਡੀ ਜੀ ਨੇ ਗੱਲ ਦਾ ਜਵਾਬ ਨਹੀਂ ਦਿੱਤਾ ਹੈਗਾ। ਮੈਂ ਕਹਿ ਰਿਹਾ ਦੋ ਗੱਲਾਂ ਹੈਗੀਆਂ ਅੱਡ-ਅੱਡ। ਇੱਕ ਕਾਨੂੰਨ ਬਣਨ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਵਿਰੋਧ ਕੀਤਾ। ਦੂਜੀ ਗੱਲ ਅੱਜ ਜਿਹੜੇ ਹੈਗੇ ਆ ਬਿੱਲ ਬਣ ਚੁੱਕੇ ਹੈਗੇ ਆ ਉਹਦੇ ਤੇ ਬਿੱਲਾਂ ਤੇ ਲਾਅ ਤੇ ਸੰਖੇਪ ਚਰਚਾ ਜਿਹੜੀ ਹੈਗੀ ਆ ਉਸ ਦੇ ਉੱਤੇ ਜਿਹੜੀ ਹੈਗੀ ਆ ਕਾਂਗਰਸ ਅੱਜ ਕਰ ਰਹੀ ਹੈ। ਔਰ ਦੂਜੀ ਗੱਲ ਇਹਨਾਂ ਨੇ ਸਾਡੇ ਤੇ ਲਾਈ ਹੈ। ਦੇਖੋ ਇਹ ਜਦੋਂ ਕੋਵਿਡ ਦੇ ਟਾਈਮ ਦੇ ਉੱਤੇ ਗੱਲ ਹੋਈ ਹੈ ਉਹਦੇ ਤੋਂ ਬਾਅਦ ਇਹ ਜਿਹੜਾ ਜਦੋਂ ਬੀਜੇਪੀ ਨੇ ਇਹ ਆਸ਼ਵਾਸਨ ਦਿੱਤਾ ਕਿ ਜਿਸ ਟਾਈਮ ਦੇ ਉੱਤੇ ਡਿਸਕਸ਼ਨ ਹੋਊਗੀ ਰਾਜ ਸਭਾ 'ਚ ਔਰ ਪਾਰਲੀਮੈਂਟ ਦੇ ਵਿੱਚ, ਉਸ ਟਾਈਮ ਦੇ ਉੱਤੇ ਇਹ ਬਿਲਕੁਲ ਸਾਰੀਆਂ ਪਾਰਟੀਆਂ ਤੋਂ ਪੁੱਛਿਆ ਜਾਊਗਾ। ਪਰ ਪੁੱਛਣ ਵੇਲੇ ਸ਼੍ਰੋਮਣੀ ਅਕਾਲੀ ਦਲ ਹੀ ਰਹਿ ਗਿਆ ਸੀ ਵਿਰੋਧ ਕਰਨ ਵਾਲਾ, ਔਰ ਕਾਂਗਰਸ ਜਿਹੜੀ ਹੈਗੀ ਆ ਛੱਡ ਕੇ ਜਿਹੜਾ ਬਾਹਰ ਚਲੀ ਗਈ ਸੀ। ਲਾਡੀ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਬ੍ਰੇਕ ਵੀ ਲੈਣਾ। ਲਾਡੀ ਜੀ ਕੁਝ ਕਹਿਣਾ ਵੀ ਚਾਹ ਰਹੇ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਵੀਰ ਨੂੰ ਪਤਾ ਨਹੀਂ ਕਿ ਇਹਨਾਂ ਨੇ ਥੋਪੇ ਨੇ ਕਾਨੂੰਨ ਪਾਸ ਨਹੀਂ ਕੀਤੇ, ਕਰਵਾਏ ਗਏ। ਔਰ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ ਨੇ ਲੈਟਰਾਂ ਲਿਖੀਆਂ, ਪਰ ਉਹਨਾਂ ਨੂੰ ਕਿਹਾ ਸਾਈਨ ਕਰਨ ਵਾਸਤੇ ਸਾਡੇ ਸੈਕਟਰੀ ਸਾਹਿਬ ਨੂੰ। ਔਰ ਇਹ ਭਾਈਵਾਲ ਸੀ, ਇਹਨਾਂ ਨੇ ਆਪ ਬੈਠ ਕੇ ਸਾਈਨ ਕੀਤੇ, ਪਾਸ ਕੀਤੇ ਆ। ਲੇਕਿਨ ਅੱਜ ਇਹ ਮੁੱਕਰੀ ਜਾਣ। ਲੋਕਾਂ ਨੂੰ ਪਤਾ ਜੀ, ਲੋਕਾਂ ਨੇ ਤੁਸੀਂ ਦੇਖੋ ਤੁਹਾਡੇ ਚੈਨਲ ਰਾਹੀਂ, ਅੱਜ WhatsApp ਰਾਹੀਂ, ਮੀਡੀਆ ਰਾਹੀਂ, ਜੋ ਸੋਸ਼ਲ ਮੀਡੀਆ ਰਾਹੀਂ ਇਹਨਾਂ ਦੇ ਬਿਆਨ, ਇਹਨਾਂ ਦੇ ਲੀਡਰਾਂ ਦੇ ਬਿਆਨ ਜੋ ਇਹਨਾਂ ਨੇ ਕਾਨੂੰਨ ਦੇ ਹੱਕ ਵਿੱਚ ਬੋਲ ਰਹੇ ਸੀ, ਅੱਜ ਇੱਕ ਕਹਿੰਦੇ ਨੇ ਕਿ ਉੱਥੇ ਚਰਚਾ ਹੋਣੀ। ਚਰਚਾ ਤੇ ਕੀਤੀ ਨਹੀਂ ਮੋਦੀ ਸਾਹਿਬ ਨੇ, ਨਾ ਉਹਨਾਂ ਨੇ ਕਰਵਾਈ ਆ, ਉਹਨਾਂ ਨੇ ਥੋਪੇ ਆ। ਜਿਸ ਤਰ੍ਹਾਂ ਉਹਨਾਂ ਨੇ ਅੱਜ ਦੇਸ਼ ਜਿਹੜਾ ਵਾ ਉਹ ਹਰ ਇੱਕ ਚੀਜ਼ ਨੂੰ ਨੋਟ ਕਰ ਰਿਹਾ। ਇਹ ਇਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਔਰ ਕੇਂਦਰ ਦੀ ਜਿਹੜੀ ਸਰਕਾਰ ਭਾਜਪਾ ਦੋਨਾਂ ਦਾ। ਔਰ ਆਉਣ ਵਾਲੀ ਜਿਹੜੀ ਇਲੈਕਸ਼ਨ ਆ 22 ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੂੰ, ਅਕਾਲੀ ਦਲ ਔਰ ਭਾਜਪਾ ਨੂੰ, ਇਹ ਲੋਕਾਂ ਨੇ ਮਜ਼ਾ ਦੱਸ ਦੇਣਾ ਜੀ। ਚਲੋ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਣਾ ਹੋਏਗਾ। ਧਾਰਨੀ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਤੁਸੀਂ ਆਪਣਾ ਜਿਹੜਾ ਰਿਐਕਸ਼ਨ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ। ਇਸ ਲਈ ਸਾਨੂੰ ਇੱਥੇ ਰੁਕਣਾ ਹੋਏਗਾ। ਬ੍ਰੇਕ ਤੋਂ ਬਾਅਦ ਵੀ ਚਰਚਾ ਨੂੰ ਜਾਰੀ ਰੱਖਾਂਗੇ।
ਅਗਲੇ ਸੈਕਟ ਕੋਸ਼ਿਸ਼ ਕਰਾਂਗੇ 2 ਪੁਆਇੰਟ ਦੇ ਉੱਤੇ ਗੱਲਬਾਤ ਕਰਨ ਦੀ। ਇੱਕ, ਜੋ ਸਿਆਸੀ ਡਰਾਮੇ ਦਾ ਜ਼ਿਕਰ ਅਕਾਲੀ ਦਲ ਨੇ ਕਰ ਦਿੱਤਾ, ਤੇ ਦੂਜਾ ਕਿ ਚਰਚਾ ਸ਼ਰਤਾਂ ਦੇ ਨਾਲ ਹੋਏਗੀ, ਕਿਉਂਕਿ ਚਰਚਾ ਨੂੰ ਤਾਂ ਸਰਕਾਰ ਰਾਜ਼ੀ ਹੈ। ਜੋ ਸਰਕਾਰ ਦੇ ਨੁਮਾਇੰਦੇ ਦਾਅਵਾ ਕਰ ਰਹੇ ਨੇ ਕਿ ਅਸੀਂ ਤਾਂ ਕਹਿ ਰਹੇ ਹਾਂ ਕਿ ਚਰਚਾ ਕਰੋ, ਪਰ ਚਰਚਾ ਦਾ ਜਿਹੜਾ ਟਾਈਟਲ ਹੈ, ਵਿਸ਼ਾ ਜੋ ਰੱਖਿਆ ਗਿਆ, ਉਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਗਿਆ ਤੇ ਸੰਖੇਪ ਚਰਚਾ ਦੇ ਉੱਤੇ ਵੀ ਇਤਰਾਜ਼ ਸੀ। ਤਾਂ ਕਿ ਵਾਕਈ ਚਰਚਾ ਦੇ ਉੱਤੇ ਸ਼ਰਤਾਂ ਰੱਖੀਆਂ ਗਈਆਂ ਨੇ ਜਾਂ ਚਰਚਾ ਸ਼ਰਤਾਂ ਨੂੰ ਅਲੱਗ-ਅਲੱਗ ਕਰਕੇ ਚਰਚਾ ਹੋਣੀ ਚਾਹੀਦੀ ਹੈ? ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਸ ਦੇ ਉੱਤੇ ਵੀ ਗੱਲ ਕਰਾਂਗੇ।